ਸਤਿ ਸ੍ਰੀ ਅਕਾਲ, ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਖਬਰਾਂ ਦੇ ਬੁਲਟਨ ਵਿੱਚ ਆਪ ਸਭ ਦਾ ਸਵਾਗਤ ਹੈ। ਮਾਰਦੇ ਹਾਂ ਸੁਰਖੀਆਂ ਤੇ ਇੱਕ ਨਜ਼ਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤ ਦਰਸ਼ਨ ਲਈ ਰੱਖੇ। 4 ਕਿਲੋ ਅਫੀਮ ਸਮੇਤ 2 ਵਿਅਕਤੀ ਕਾਬੂ। ਬੀਜੇਪੀ ਨੇ ਘੇਰੀ ਆਪ ਸਰਕਾਰ। ਬੱਸ ਕਾਂਡ 'ਚ ਨਵਾਂ ਮੋੜ। ਖਾਲੀ ਪਲਾਟ 'ਚ ਅੱਗ ਲਾਉਣ ਨਾਲ ਹੋਇਆ ਨੁਕਸਾਨ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਖਬਰ ਲੈਂਦੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ। ਗੱਲ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਜਿਹੜੇ ਕਿ 1984 ਦੇ ਵਿੱਚ ਕੁਛ ਨਾ ਕੁਛ ਨੁਕਸਾਨ ਹੋਇਆ ਸੀਗਾ, ਉਹਨਾਂ ਨੂੰ ਸੰਗਤਾਂ ਦੇ ਦਰਸ਼ਨ ਵਾਸਤੇ ਰੱਖਿਆ ਗਿਆ ਹੈ ਤਾਂ ਕਿ ਉਸ ਸਮੇਂ ਦੇ ਹਾਲਾਤਾਂ ਤੋਂ ਸੰਗਤ ਜਾਣੂ ਹੋਵੇ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਸਕਣ। ਆਓ ਮਾਰਦੇ ਇਸ ਪੂਰੀ ਖਬਰ ਤੇ ਨਜ਼ਰ। ਮੇਰਾ ਨਾਮ ਨਿਸ਼ਾਨ ਸਿੰਘ ਜੀ, ਗ੍ਰੰਥੀ ਸਿੰਘ ਹੈ। ਨਿਸ਼ਾਨ ਸਿੰਘ ਜੀ, ਅੱਜ ਜਿਹੜੇ ਡਿਸਪਲੇ ਕੀਤਾ ਗਿਆ ਉਸ ਬਾਰੇ ਥੋੜਾ ਦੱਸੋ। ਦਰਸ਼ਨ ਕਿਸ ਤਰ੍ਹਾਂ ਸੰਗਤਾਂ ਆ ਕੇ ਕਰ ਰਹੀਆਂ? ਇਹ ਜੋ 84 ਦਾ ਘੱਲੂਘਾਰਾ ਹੋਇਆ ਹੈ, ਜਦੋਂ ਸੈਂਟਰ ਦੀ ਜ਼ਾਲਮ ਸਰਕਾਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ, ਉਦੋਂ ਇੱਥੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਸਨ। ਬਹੁਤ ਗੁਰੂ ਘਰ ਦਾ ਨੁਕਸਾਨ ਹੋਇਆ ਸੀ। ਉਸ ਸਮੇਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪ੍ਰਕਾਸ਼ਵੰਤ ਸੀ, ਉਸ ਸਮੇਂ ਇੱਕ ਗੋਲੀ ਇਸ ਸਰੂਪ ਦੇ ਵਿੱਚ ਵੀ ਲੱਗੀ ਸੀ। ਇਹ ਸਰੂਪ ਜ਼ਖਮੀ ਹੋਇਆ ਹੈ। ਇਹ ਸ਼ੁਰੂ ਤੋਂ ਲੈ ਕੇ ਜਿੱਥੇ ਤਜ਼ਕਰਾ ਸ਼ੁਰੂ ਹੁੰਦਾ ਉੱਥੋਂ ਲੈ ਕੇ ਸੁਖਮਨੀ ਸਾਹਿਬ ਦੇ ਪਾਠ ਤੱਕ ਗੁਰਬਾਣੀ ਦੇ ਪਾਵਨ ਅੰਗਾਂ ਦੇ ਵਿੱਚ ਗੋਲੀ ਦਾ ਨਿਸ਼ਾਨ ਹੈ। ਉਸ ਸਰੂਪ ਦੇ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਉਸ ਸਰੂਪ ਦੇ ਦਰਸ਼ਨ ਕਰਵਾਏ ਜਾ ਰਹੇ। ਇਹ ਅੱਜ 2 ਤਰੀਕ ਤੋਂ ਲੈ ਕੇ ਤੇ 5 ਤਰੀਕ ਤੱਕ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਰੋਜ਼ਾਨਾ ਦਰਸ਼ਨ ਕਰਾਏ ਜਾਣਗੇ ਜੀ। ਕਿਸ ਤਰ੍ਹਾਂ ਸੰਗਤਾਂ ਆ ਰਹੀਆਂ ਜੀ? ਸਾਰੀਆਂ ਸੰਗਤਾਂ ਜੀ ਬਹੁਤ ਹਮਾ ਕੇ ਉਸ ਯਾਦ ਨੂੰ ਤਾਜ਼ਾ ਕਰ ਰਹੀਆਂ ਔਰ ਦਰਸ਼ਨ ਕਰਕੇ ਬਹੁਤ ਸੰਗਤਾਂ ਭਾਵੁਕ ਹੁੰਦੀਆਂ ਕਿ ਸਾਡੇ ਗੁਰੂ ਸਾਹਿਬ ਜੀ ਤੇ ਸਾਡੇ ਧਾਰਮਿਕ ਸਥਾਨਾਂ ਤੇ ਜ਼ਾਲਮ ਸਰਕਾਰਾਂ ਨੇ ਇਹੋ ਜਿਹੇ ਕਾਰਨਾਮੇ ਕੀਤੇ। ਜੋ ਸਾਕਾ 1984, ਅਗਰ ਤੁਸੀਂ ਇਸ ਨੂੰ ਮਹਿਸੂਸ ਕਰੋਗੇ ਕਿ ਕੇਵਲ ਸਿੱਖ ਪੰਥ ਦੀ ਮਾਨਸਿਕਤਾ ਤੱਕ ਹੀ ਪੀੜਾ ਨਹੀਂ, ਇਹ ਸਮੁੱਚੀ ਮਾਨਵਤਾ, ਸਮੁੱਚੀ ਮਨੁੱਖਤਾ ਦੇ ਵਾਸਤੇ ਹੀ ਬਹੁਤ ਵੱਡੀ ਮਾਨਸਿਕ ਪੀੜਾ ਹੈ, ਜੋ ਹਰੇਕ ਸਾਲ ਇਸ ਮਹੀਨੇ ਵਿੱਚ ਆਣ ਕੇ ਆਪਣਾ ਦਰਦ, ਆਪਣਾ ਅਹਿਸਾਸ ਹਰੇਕ ਦੇ ਦਿਲ ਦਿਮਾਗ ਵਿੱਚ ਇਹ ਕਰਾਉਂਦੀ ਹੈ। ਜੋ ਆਪ ਜੀ ਨੇ ਸਵਾਲ ਕੀਤਾ, ਮੈਂ ਇਹ ਕਹਿਣਾ ਚਾਹੁੰਦਾ ਕਿ ਸਮੁੱਚੀ ਮਾਨਵਤਾ, ਸਮੁੱਚੀ ਮਨੁੱਖਤਾ, ਕਿਉਂਕਿ ਅਸੀਂ ਦੇਖਦੇ ਹਾਂ ਚਾਹੇ ਕੋਈ ਸਿੱਖ ਹੈ, ਚਾਹੇ ਹਿੰਦੂ ਹੈ, ਈਸਾਈ, ਮੁਸਲਿਮ, ਬਹੁਤ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਵੈਰਾਗਮਈ ਅਵਸਥਾ ਵਿੱਚ ਗੁਰੂ ਸਾਹਿਬ ਜੀ ਦੇ ਜਦੋਂ ਆਣ ਕੇ ਇੱਥੇ ਦਰਸ਼ਨ ਕਰਦੇ ਨੇ, ਉੱਥੋਂ ਅਹਿਸਾਸ ਹੁੰਦਾ ਹੈ ਕਿ ਸਮੁੱਚੀ ਮਨੁੱਖਤਾ ਦੀ ਮਾਨਸਿਕਤਾ ਵਿੱਚ ਇਹ ਦਰਦ ਹੈ। ਜਿਹੜਾ ਅੱਜ ਡਿਸਪਲੇ ਕੀਤਾ ਗਿਆ ਉਸ ਬਾਰੇ ਥੋੜਾ ਦੱਸੋ ਕਿ ਕਦੋਂ ਹੋਇਆ ਸੀ, ਕਿਸ ਤਰ੍ਹਾਂ ਹੋਇਆ ਸੀ ਔਰ ਹਰ ਵਾਰੀ ਇਹ ਡਿਸਪਲੇ ਕੀਤਾ ਜਾਂਦਾ? ਇਹ ਸਨ 1984 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਇਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਪ੍ਰਕਾਸ਼ਮਾਨ ਸਨ। ਦੱਖਣ ਦੀ ਬਾਹੀ ਜਿਸ ਪਾਸੇ ਬੀਬੀਆਂ ਦੀ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਬੈਠ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਦੀ ਹੈ, ਉਸ ਪਾਸੇ ਤੋਂ ਮਸ਼ੀਨ ਗਨ ਦੀ ਗੋਲੀ ਦਰਵਾਜ਼ਾ ਪਾੜ ਕੇ ਅੰਦਰ ਆਈ ਔਰ ਗੁਰੂ ਸਾਹਿਬ ਜੀ ਦੇ ਪਾਵਨ ਸੀਨੇ ਵਿੱਚ ਆ ਕੇ ਲੱਗੀ। ਇਹ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਵਿੱਚ ਆਣ ਕੇ ਜਦੋਂ ਗੋਲੀ ਲੱਗੀ ਹੈ, ਇਹ ਪਹਿਲੇ ਪਾਵਨ ਅੰਗਾਂ ਤੋਂ ਲੈ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਤੱਕ ਇਸ ਦਾ ਅਸਰ ਗਿਆ ਹੈ। ਤਾਂ ਉਹ ਜੋ ਅਸਰ ਗੋਲੀ ਦਾ, ਉਹਦੇ ਕਾਰਨ ਗੁਰਬਾਣੀ ਦੇ ਪਾਵਨ ਅੱਖਰ ਜੋ ਖਿੰਡ ਕੇ ਬਾਹਰ ਆਏ ਨੇ। ਸੰਸਾਰ ਭਰ ਵਿੱਚ ਰਹਿੰਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਇਹਨਾਂ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਦਰਸ਼ਨ ਦੀਦਾਰ ਕੀਤੇ ਨੇ ਕਿ ਉਹ ਗੁਰਬਾਣੀ ਦੇ ਅੱਖਰ ਜੋ ਖਿੰਡ ਕੇ ਬਾਹਰ ਆਏ, ਉਹ ਵੀ ਆਪ ਜੀ ਨੇ ਦਰਸ਼ਨ ਕੀਤੇ ਹਨ। ਔਰ ਇਸ ਦੀ ਜਿਹੜੀ ਡਿਸਪਲੇ ਹੈ ਇਹ ਕਦੋਂ ਤੱਕ ਲੱਗੀ ਰਹੇਗੀ? ਇਹ ਅੱਜ 2 ਜੂਨ ਹੈ, ਇਹ 5 ਜੂਨ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਗਰਲੇ ਪਾਸੇ ਧੰਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਇਹ ਪਾਵਨ ਅਸਥਾਨ ਹੈ, ਜਿੱਥੇ 5 ਜੂਨ ਤੱਕ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਸੇ ਤਰ੍ਹਾਂ ਹੀ ਦਰਸ਼ਨ ਦੀਦਾਰ ਕਰਵਾਏ ਜਾਣਗੇ। ਖਬਰ ਲੈਂਦੇ ਅੰਮ੍ਰਿਤਸਰ ਤੋਂ। 4 ਕਿਲੋ ਅਫੀਮ ਸਮੇਤ 2 ਵਿਅਕਤੀ ਪੁਲਿਸ ਨੇ ਕਾਬੂ ਕੀਤੇ ਹੈ
और किस तरह काबू कीते है शख्स कित्थों अफीम लैके आए सी और पुलिस ऑफिसर ने इस पूरी घटना बारे की कहा है, आओ मारदे हां नज़र। मिति 31/5/2022 ਨੂੰ मैं ਤੇ ਸਮੇਤ ਪੁਲਿਸ ਪਾਰਟੀ ਆਪਣੇ ਇਲਾਕੇ ਦੇ ਵਿੱਚ ਗਸ਼ਤ ਦੇ ਸੰਬੰਧ ਵਿੱਚ ਗਏ ਸੀ। ਮੁਖਬਰ ਨੇ ਦੱਸਿਆ ਕਿ ਪੁਰਸ਼ੋਤਮ ਸਿੰਘ ਜਿਹੜਾ ਅਲਕੜੇ ਝੰਡੇ ਦਾ ਰਹਿਣ ਵਾਲਾ ਅਤੇ ਇੱਕ ਸੁਖਵਿੰਦਰ ਸਿੰਘ ਦਵਾਨੀਵਾਲ ਪੁਲਿਸ ਦਾ ਬਟਾਲਾ ਦਾ ਰਹਿਣ ਵਾਲਾ ਇਹ ਫੀਮ ਦੀ ਸਮਗਲਿੰਗ ਕਰਦੇ ਹਨ। ਅੱਜ ਵੀ ਇਹ ਕੋਲੇ ਵਾਲਾ ਟਰੱਕ ਲੱਦ ਕੇ ਆ ਰਹੇ ਨੇ ਤੇ ਟਰੱਕ ਦੇ ਵਿੱਚ ਇਹਨਾਂ ਨੇ ਅਫੀਮ ਜਿਹੜੀ ਆ ਲਕਾਸ਼ ਪਾ ਕੇ ਰੱਖੀ ਆ, ਜੋ ਕਿ ਅਸੀਂ ਉਮਰਾ ਨੰਗਲ ਮੋੜ ਤੇ ਇਹਨਾਂ ਨੂੰ ਚੈੱਕ ਕੀਤਾ। ਚੈੱਕ ਕਰਨ ਤੇ ਟਰੱਕ ਵਿੱਚੋਂ ਜਿਹੜੀ ਆ 4 ਕਿਲੋ ਅਫੀਮ ਜਿਹੜੀ ਆ ਉਹ ਬਰਾਮਦ ਹੋਈ ਆ। ਇਹ ਝਾਰਖੰਡ ਸ਼ਹਿਰ ਝਰੀਆ ਉੱਥੋਂ ਲੈ ਕੇ ਆਏ ਆ। ਗਾਂ ਇਹਨਾਂ ਨੇ ਅੰਮ੍ਰਿਤਸਰ, ਬਟਾਲਾ, ਤਰਨਤਾਰਨ ਸਪਲਾਈ ਕਰਨੀ ਸੀ। ਪਹਿਲੀ ਖੇਪ ਹੈਗੀ ਆ ਜਾਂ ਪਹਿਲਾਂ ਨਹੀਂ, ਕਾਫੀ ਚਿਰ ਦੀ ਇਹ ਦੌਰਾਨੇ ਪੁੱਛਗਿੱਛ ਪਤਾ ਲੱਗਾ ਵੀ ਕਾਫੀ ਚਿਰਾਂ ਤੋਂ ਇਹ ਧੰਦਾ ਜਿਹੜਾ ਕਰ ਰਹੇ ਸੀ। ਸਰ ਇੱਕ ਤੇ ਕੇਸ ਅੰਡਰ ਸੈਕਸ਼ਨ ਪਰਚਾ ਦਰਜ ਹੋਇਆ ਕਿੱਥੇ ਦੋਸ਼ੀਆਂ ਦੇ ਨਾਲ? ਇਹਨਾਂ ਦਾ ਇੱਕ ਤਾਂ ਪੁਰਸ਼ੋਤਮ ਸਿੰਘ ਆ, ਇੱਕ ਸੁਖਵਿੰਦਰਪਾਲ ਆ। 18/85 ਦੇ ਵਿੱਚ ਇਹਨਾਂ ਦਾ ਪਰਚਾ ਦਰਜ ਜਿਹੜਾ ਕੀਤਾ ਗਿਆ ਵਾ। ਅੱਜ ਇਹਨਾਂ ਦਾ ਪੁਲਿਸ ਰਿਮਾਂਡ ਅਸੀਂ ਲੈ ਰਹੇ ਹਾਂ। ਰਿਮਾਂਡ ਕੀਤੀ ਪੇਸ਼ ਕਰਨਾ, ਰਿਮਾਂਡ ਲਈ ਪੇਸ਼ ਕਰਨਾ ਜਾਂ ਹਾਂ, ਰਿਮਾਂਡ ਲਈ ਪੇਸ਼ ਕਰਨ ਵਾਸਤੇ ਅਦਾਲਤ ਵੀ ਜਾ ਰਹੇ ਹਾਂ। ਕੀ ਲੱਗਦਾ ਕਿ ਕੋਈ ਨਿਕਲ ਸਕਦਾ ਉਹ? ਹਾਂ ਬਿਲਕੁਲ ਜੀ, ਬਿਲਕੁਲ। ਅਗਲੇ ਲਿੰਕ ਤੇ ਪਿਛਲੇ ਲਿੰਕ ਜਿਹੜੇ ਇਹਨਾਂ ਦੇ ਗਾਂ ਕਿੱਥੇ ਕਿੱਥੇ ਵੇਚਣੀ ਜਾਂ ਪਿੱਛੋਂ ਕਿੱਥੋਂ ਕਿੱਥੋਂ ਲੈ ਕੇ ਆਉਂਦੇ ਨੇ, ਕਿਹੜੇ ਕਿਹੜੇ ਉੱਧਰ ਦੇ ਸਮਗਲਰ ਨੇ, ਉੱਧਰ ਲੈ ਕੇ ਭੇਜਾਂਗੇ ਆਪਾਂ, ਪਤਾ ਲੱਗੂਗਾ। ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਬੀਜੇਪੀ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਬੀਜੇਪੀ ਨੇ ਆਪ ਸਰਕਾਰ ਦੇ ਉੱਪਰ ਵਰਦਿਆਂ ਕਿਹਾ ਹੈ ਕਿ ਪੰਜਾਬ ਦੇ ਹਾਲਾਤ ਅੱਜ ਕਿਸੇ ਕੋਲੋਂ ਛੁਪੇ ਹੋਏ ਨਹੀਂ ਹੈ। ਵੇਖੋ ਪੂਰੀ ਖਬਰ। ਦੇਖੋ, ਬੜਾ ਅਫਸੋਸ ਹੋ ਰਿਹਾ। ਮੈਂ ਸਭ ਤੋਂ ਪਹਿਲਾਂ ਸ਼ਰਧਾ ਸੁਮਨ ਭੇਟ ਕਰਦਾ ਉਸ ਸ਼ੂਰਵੀਰ ਨੂੰ, ਮੂਸੇਵਾਲ ਜੀ ਨੂੰ, ਜਿਨ੍ਹਾਂ ਦੀ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ। ਬੜੀ ਅਫਸੋਸਨਾਕ ਘਟਨਾ। ਉਹ ਇੱਕ ਘਟਨਾ ਨਹੀਂ, ਪੰਜਾਬ ਦੇ ਵਿੱਚ ਜਦੋਂ ਦੀ ਇਹ ਸਰਕਾਰ ਬਣੀ ਆ ਉਦੋਂ ਦੀਆਂ ਲਗਾਤਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾ ਦੇਖਣ ਨੂੰ ਮਿਲ ਰਹੀਆਂ ਨੇ। ਔਰ ਪੰਜਾਬ ਦੇ ਜਿਹੜੇ ਹਾਲਾਤ ਨੇ, ਇੱਥੋਂ ਪਤਾ ਚੱਲ ਰਿਹਾ ਵੀ ਦਿਨ ਬਾਈ ਦਿਨ ਅਸੀਂ ਪੰਜਾਬ ਨੂੰ ਧਰਾਤਲ ਵੱਲ ਲੈ ਕੇ ਜਾ ਰਹੇ ਹਾਂ। ਬੜੀਆਂ ਗਰੰਟੀਆਂ ਦੇ ਕੇ, ਬੜੇ ਵਾਅਦੇ ਕਰਕੇ, ਪੰਜਾਬ ਨੂੰ ਬੜੇ ਝੂਠੇ ਸਬਜ਼ ਜਵਾਬ ਦਿਖਾ ਕੇ, ਔਰ ਪੰਜਾਬ ਦੀ ਸ਼ੂਰਵੀਰ ਜਨਤਾ ਨੇ ਇਹਨਾਂ ਦੇ ਉੱਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਇੱਕ ਐਡਾ ਵੱਡਾ ਮੈਡਲ ਦੇ ਕੇ ਜਿਤਾ ਕੇ ਭੇਜਿਆ ਸੀ। ਲੇਕਿਨ ਬਦਲੇ ਦੇ ਵਿੱਚ ਇਹ ਜੋ ਪੰਜਾਬ ਨੂੰ ਦੇ ਰਹੇ ਨੇ, ਔਰ ਜਿੰਨੀ ਜਲਦੀ ਪੰਜਾਬ ਦੀ ਜਨਤਾ ਦਾ ਇਹਨਾਂ ਤੋਂ ਮੋਹ ਭੰਗ ਹੋ ਗਿਆ, ਇਹ ਕਦੇ ਦੇਖਣ ਨੂੰ ਨਹੀਂ ਮਿਲਿਆ। ਅਸੀਂ ਤਾਂ ਹੈਰਾਨ ਆ ਵੀ ਕੱਲ੍ਹ ਇੱਕ ਨੌਜਵਾਨ ਦੀ ਜਿਹੜਾ ਪੰਜਾਬ ਦਾ ਸਰਮਾਇਆ ਸੀ, ਪੰਜਾਬ ਦੀ ਪਹਿਚਾਣ ਸੀ, ਪੰਜਾਬ ਦੀ ਵਿਰਾਸਤ ਦੀ ਪਹਿਚਾਣ ਸੀ, ਉਹਦਾ ਸੰਸਕਾਰ ਸੀ, ਉੱਥੇ ਹਜ਼ਾਰਾਂ ਦੀ ਸੰਖਿਆ 'ਚ ਲੋਕ ਪਹੁੰਚੇ ਹੋਏ ਸੀ। ਲੇਕਿਨ ਮੌਜੂਦਾ ਸਰਕਾਰ ਦਾ ਕੋਈ ਨੁਮਾਇੰਦਾ ਉੱਥੇ ਸ਼ਰਧਾ ਸੁਮਨ ਭੇਟ ਕਰਨ ਲਈ ਨਹੀਂ ਪਹੁੰਚਿਆ, ਪਰਿਵਾਰ ਦੇ ਦੁੱਖਾਂ 'ਤੇ ਮੱਲਮ ਲਗਾਉਣ ਲਈ ਨਹੀਂ ਪਹੁੰਚਿਆ। ਇਸ ਤੋਂ ਵੱਡੀ ਸ਼ਰਮਨਾਕ ਘਟਨਾ ਹੋਰ ਕੀ ਹੋ ਸਕਦੀ ਆ। ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਵੀ ਤੁਸੀਂ ਇਹਨਾਂ ਲੋਕਾਂ ਨੂੰ ਪੁੱਛੋ ਵੀ ਬੁਲਾ ਕੇ ਇਹਨਾਂ ਨੂੰ, ਤੁਹਾਡਾ ਕੈਮਰਾ, ਤੁਹਾਨੂੰ ਮੀਡੀਆ ਨੂੰ ਫੇਸ ਕਰਨ ਤੋਂ ਇਹ ਲੋਕ ਇਸ ਵੇਲੇ ਭੱਜ ਰਹੇ ਨੇ, ਕਿਉਂਕਿ ਉਹਨਾਂ ਨੂੰ ਆਪ ਉਹ ਸ਼ਰਮਸਾਰ ਨੇ। ਇਸ ਤਰ੍ਹਾਂ ਦੇ ਹਾਲਾਤ ਨਾ ਕਦੇ ਪੰਜਾਬ ਨੇ ਦੇਖੇ ਸੀ। ਮੈਂ ਨਹੀਂ ਸਮਝਦਾ ਵੀ ਇਹਨਾਂ ਦੀ ਇੰਨੀਆਂ ਗੈਰ ਜ਼ਿੰਮੇਦਾਰੀਆਂ ਹਰਕਤਾਂ ਦੇ ਕਰਕੇ ਪੰਜਾਬ ਦੇ ਵਿੱਚ ਇਹ ਜ਼ਿਆਦਾ ਦਿਨ ਸਰਕਾਰ ਚੱਲ ਪਾਊਗੀ। ਅਸੀਂ ਕੱਲ੍ਹ ਵੀ ਰਾਜਪਾਲ ਸਾਹਿਬ ਨੂੰ ਸਾਡੀ ਲੀਡਰਸ਼ਿਪ ਨੇ ਮਿਲ ਕੇ ਇਹਦੇ ਖਿਲਾਫ ਦਿੱਤਾ ਵੀ ਇੱਥੇ ਪੰਜਾਬ ਦੇ ਵਿੱਚ ਜਲਦੀ ਤੋਂ ਜਲਦੀ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਔਰ ਪੰਜਾਬ ਦੀ ਜਨਤਾ ਦਾ ਬਚਾਅ ਹੋ ਸਕੇ। ਕੀ ਲੱਗਦਾ ਸਰ, BSF ਦਾ ਦਾਇਰਾ ਵੀ 50 ਕਿਲੋਮੀਟਰ ਤੱਕ ਹੈਗਾ? ਕਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਜਿਹੜੇ ਪੰਜਾਬ ਦੇ ਨਾਲ ਮਿਲ ਕੇ ਤਾਲਮੇਲ ਕਰਕੇ ਜਿਹੜਾ ਐਫਰਟਸ ਕਰ ਰਹੀ ਹੈ, ਕਿਉਂਕਿ ਲਗਾਤਾਰ ਘਟਨਾਵਾਂ ਹੋ ਰਹੀਆਂ ਨੇ? ਦੇਖੋ, BSF ਦਾ ਦਾਇਰਾ ਪਹਿਲਾਂ 15 ਕਿਲੋਮੀਟਰ ਸੀ। ਜਦੋਂ ਪਿਛਲੇ ਦਿਨੀ ਸਰਕਾਰ ਵੱਲੋਂ ਇੰਟੈਲੀਜੈਂਸੀ ਦੀਆਂ ਰਿਪੋਰਟਾਂ ਨੂੰ ਦੇਖਦੇ ਹੋਏ, ਪਾਕਿਸਤਾਨ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ, ਹਿੰਦੁਸਤਾਨ 'ਚ ਹਸਤਕਸ਼ੇਪ ਨੂੰ ਦੇਖਦੇ ਹੋਏ ਇਹ ਦਾਇਰੇ ਨੂੰ ਵਧਾ ਕੇ 15 ਕਿਲੋਮੀਟਰ ਤੋਂ 50 ਕਿਲੋਮੀਟਰ ਕੀਤਾ ਗਿਆ, ਤਾਂ ਉਹਦਾ ਇਹਨਾਂ ਪਾਰਟੀ ਨੇ ਡਟ ਕੇ ਵਿਰੋਧ ਕੀਤਾ ਸੀ। ਆਮ ਆਦਮੀ ਪਾਰਟੀ ਨੇ ਡਿਸਟ੍ਰਿਕਟ ਹੈੱਡਕੁਆਟਰਾਂ ਦੇ ਉੱਤੇ ਧਰਨੇ ਤੱਕ ਲਗਾਏ ਸੀ। ਉਦੋਂ ਸਰਕਾਰ ਇਹਨਾਂ ਦੀ ਸੀ ਨਹੀਂ ਸੀਗੀ। ਉਹਦਾ ਅੱਜ ਇਹਨਾਂ ਦੀ ਮਾਨਸਿਕਤਾ ਦਾ ਪਤਾ ਚੱਲਦਾ ਵੀ ਇਹ ਕਿੰਨੇ ਕੁ ਸਿੰਸੀਅਰ ਨੇ ਦੇਸ਼ ਦੀ ਸੁਰੱਖਿਆ ਦੇ ਪ੍ਰਤੀ। ਸਰ, ਮੈਂਬਰ ਪਾਰਲੀਮੈਂਟਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਲਮੋਸਟ ਕਾਂਗਰਸ ਦੇ ਨੇ, BJP ਦੇ ਨੇ, ਅਕਾਲੀ ਦਲ ਦੇ ਨੇ। ਕੀ ਲੱਗਦਾ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਆਵਾਜ਼ ਜਿਹੜੀ ਚੁੱਕੀ ਜਾਊਗੀ? ਬਿਲਕੁਲ ਚੁੱਕੀ ਜਾਊਗੀ। ਪੰਜਾਬ ਇਕੱਠਿਆ ਕਰੂੰਗੇ ਸਾਰਿਆਂ ਨੂੰ। ਦੇਖੋ,
ਇਹਦੇ ਵਿੱਚ ਅੱਜ ਸਾਰੀ ਪੰਜਾਬ ਦੀ ਜਨਤਾ ਇੱਕ ਪਲੇਟਫਾਰਮ ਤੇ ਆ, ਕਿਉਂਕਿ ਕੋਈ ਪੋਲੀਟੀਕਲ ਪਾਰਟੀ ਹੋਵੇ, ਮੈਂ ਨਹੀਂ ਸਮਝਦਾ ਕੋਈ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਹੁੰਦਾ ਦੇਖ ਸਕਦੀ ਆ। ਇਹ ਇੱਕ ਆਮ ਆਦਮੀ ਪਾਰਟੀ ਆ ਜਿਹੜੀ ਰਿਮੋਟ ਕੰਟਰੋਲ ਨਾਲ ਚੱਲ ਰਹੀ ਆ। ਇਹਨਾਂ ਦੀ ਮਾਨਸਿਕਤਾ ਹੀ ਇਹ ਸੀਗੀ ਕਿ ਕਿਸੇ ਵੀ ਢੰਗ ਦੇ ਨਾਲ ਪੰਜਾਬ 'ਚ ਰਾਜ ਹਾਸਲ ਕਰ ਲਿਆ, ਪੰਜਾਬ ਦੇ ਨੂੰ ਅਸੀਂ ਜ਼ਰੀਆ ਬਣਾ ਕੇ ਅਸੀਂ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਆਪਣੀਆਂ ਸਰਕਾਰਾਂ ਬਣਾ ਲਾਂਗੇ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨ ਇਹ ਕੇਜਰੀਵਾਲ ਭਗਵੰਤ ਮਾਨ ਨੂੰ ਲੈ ਕੇ ਕਦੇ ਗੁਜਰਾਤ ਕਦੇ ਹਿਮਾਚਲ ਗਿਆ, 50-50 ਲੱਖ ਰੁਪਏ ਦੇ ਉਹਦੇ ਬਿੱਲ ਬਣਾਤੇ। ਉੱਥੇ ਜਾ ਕੇ ਇਹਨਾਂ ਨੇ ਅਨਾਉਂਸ ਕੀਤਾ ਸੀ ਪੰਜਾਬ ਦੇ ਵਿੱਚ ਕਰਪਸ਼ਨ ਖਤਮ ਕਰਤੀ, ਔਰ 3 ਮਹੀਨੇ ਬਾਅਦ ਇਹਨਾਂ ਨੇ ਆਪਣਾ ਮੰਤਰੀ ਫੜ ਕੇ ਦਿਖਾਤਾ ਵੀ ਅਜੇ ਤੁਸੀਂ ਕਹਿ ਰਹੇ ਹੋ ਕਰਪਸ਼ਨ ਖਤਮ ਹੋ ਗਈ, ਤਾਂ 3 ਮਹੀਨੇ ਬਾਅਦ ਤੁਹਾਡਾ ਮੰਤਰੀ ਕਰਪਸ਼ਨ ਕਰਦਾ ਫੜਿਆ ਗਿਆ। ਦੱਸੋ ਕਰਨੀ ਔਰ ਕਥਨੀ 'ਚ ਕਿੱਡਾ ਵੱਡਾ ਫਰਕ ਆ। ਇਹ ਤਾਂ ਨੋਟੰਕੀ ਬਾਜ਼ਾਂ ਦੀ ਸਰਕਾਰ ਬਣ ਗਈ, ਇਹਦੇ ਨਾਲ ਪੰਜਾਬ ਦਾ ਭਲਾ ਨਹੀਂ ਹੋ ਰਿਹਾ। ਕਾਰਵਾਈ ਜਿਹੜੀ ਹੋਈ ਉਹ ਸਹੀ ਹੋਈ ਸੀ, ਗਲਤ ਹੋਈ ਸੀ ਮੰਤਰੀ ਤੇ? ਦੇਖੋ ਇਹ ਸਮਾਂ ਦੱਸੂਗਾ, ਕਿਉਂਕਿ ਇਹਨਾਂ ਦਾ ਰਿਕਾਰਡ ਆ। ਇਹਨਾਂ ਨੇ ਆਪਣੇ ਦਿੱਲੀ ਦੇ ਵਿੱਚ ਵੀ 2015 'ਚ ਆਪਣੇ ਬੰਦੇ ਸਸਪੈਂਡ ਕੀਤੇ ਸੀਗੇ ਸਿਰਫ ਇੱਕ ਮੈਸੇਜ ਦੇਣ ਲਈ। ਉਹ ਬਾਅਦ ਦੇ ਵਿੱਚ ਉਹ ਅੱਜ ਤੱਕ ਇਹਨਾਂ ਦੇ ਮੈਂਬਰ ਨੇ। ਤੁਹਾਨੂੰ ਪਤਾ ਵੀ ਦਿੱਲੀ ਦੇ ਵਿੱਚ 4 ਇਹਨਾਂ ਦੇ ਮੰਤਰੀ, 2-3 MLA ਇਸ ਵੇਲੇ ਜੇਲ੍ਹ 'ਚ ਨੇ। ਉਹਨਾਂ ਦੇ ਕਰਪਸ਼ਨ ਤੋਂ ਲੈ ਕੇ ਕਈ ਤਰ੍ਹਾਂ ਦੇ ਮਨੀ ਲਾਂਡਰਿੰਗ ਤੋਂ ਲੈ ਕੇ ਕਿੰਨੇ ਤਰ੍ਹਾਂ ਦੇ ਇਲਜ਼ਾਮ ਨੇ। ਸਿਹਤ ਮੰਤਰੀ ਵੀ ਇਹਨਾਂ ਦਾ ਹੁਣ ਈਡੀ ਨੇ ਮਨੀ ਲਾਂਡਰਿੰਗ ਦਾ ਕੰਮ ਉਹ ਦੇਖੋ, ਇੱਦਾਂ ਦੇ ਮੁਕੱਦਮੇ ਇਹਨਾਂ ਲੋਕਾਂ ਤੋਂ ਪਿਛਲੇ 4 ਮਹੀਨੇ ਤੋਂ 5 ਮਹੀਨੇ ਤੋਂ ਉਹਦਾ ਚੱਲ ਰਿਹਾ। ਹੁਣ ਉਹਨੂੰ ਗ੍ਰਿਫਤਾਰ ਕੀਤਾ, ਔਰ ਅਗਰ ਇਹ ਸੱਚ ਸੀਗੇ ਤਾਂ ਬਾਈ ਕੋਰਟ ਉਹਦੇ ਤੇ ਸਟੇ ਲੈ ਸਕਦੇ ਸੀਗੇ। ਇੱਕ ਸਵਾਲ ਹੋਰ ਹੈ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਜਿਹੜੇ ਭ੍ਰਿਸ਼ਟ ਮੰਤਰੀ ਸੀ ਉਹਨਾਂ ਦੀ ਸਰਕਾਰ ਦੇ ਸਮੇਂ ਉਹਨਾਂ ਦੀ ਇੱਕ ਸੂਚੀ ਜਿਹੜੀ ਭਗਵੰਤ ਮਾਨ ਨੂੰ ਦੇਣੀ ਹੈ। ਕੀ ਲੱਗਦਾ ਕਿ ਉਹਨਾਂ ਦੀ ਸਰਕਾਰ ਹੋਣ ਦੇ ਸਮੇਂ ਉਹ ਕਿਉਂ ਦੇਖਦੇ ਰਹੇ ਇਸ ਗੱਲ ਨੂੰ? ਦੇਖੋ ਇਹ ਤਾਂ ਕੈਪਟਨ ਸਾਹਿਬ ਜਵਾਬ ਦੇ ਸਕਦੇ ਨੇ ਇਸ ਗੱਲ ਦਾ, ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ ਨਾ। ਬੀਜੇਪੀ ਕਿਸ ਤਰੀਕੇ ਨਾਲ ਦੇਖਦੀ, ਕਿਉਂਕਿ ਵਿਪਕਸ਼ ਸੀਗੀ ਬੀਜੇਪੀ। ਕਰਪਸ਼ਨ ਦੇ ਖਿਲਾਫ ਜਦੋਂ ਵੀ ਕੋਈ ਇੱਦਾਂ ਦੀ ਕੋਈ ਗੱਲ ਸਾਡੇ ਸਾਹਮਣੇ ਆਈ ਆ, ਅਸੀਂ ਹਰ ਸਤਰ ਦੇ ਉੱਤੇ ਜਿੱਥੇ ਵੀ ਜਾ ਕੇ ਆਵਾਜ਼ ਚੱਕਣੀ ਚਾਹੀਦੀ ਆ। ਬੀਜੇਪੀ ਕਦੇ ਰੁਕਦੀ ਨਹੀਂ ਔਰ ਡਟ ਕੇ ਉਹਦੇ ਖਿਲਾਫ ਆਵਾਜ਼ ਚੱਕਦੀ ਆ। ਅੱਜ ਵੀ ਚੱਕੀ ਆ, ਕੱਲ੍ਹ ਵੀ ਚੱਕੀ ਆ, ਔਰ ਆਉਣ ਵਾਲੇ ਕੱਲ੍ਹ ਨੂੰ ਵੀ ਚੱਕੇਗੀ। ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਹੁਣ ਕੀ ਅੱਗੇ ਤੁਹਾਡੇ ਵੱਲੋਂ ਐਫਰਟ? ਸਾਡੇ ਵੱਲੋਂ ਐਫਰਟਸ ਇਹ ਨੇ ਜੀ, ਅਸੀਂ ਰਾਜਪਾਲ ਜੀ ਨੂੰ ਇਸੇ ਕਰਕੇ ਮੰਗ ਪੱਤਰ ਦਿੱਤਾ, ਔਰ ਸਾਡੀ ਇਹ ਡਿਮਾਂਡ ਆ ਵੀ ਇਹ ਨਾ ਤਜਰਬੇ ਦੇ ਨਾਲ ਔਰ ਬਦਲਾਖੋਰੀ ਦੀ ਭਾਵਨਾ ਦੇ ਨਾਲ ਸਰਕਾਰ ਚਲਾ ਰਹੇ ਨੇ। ਇਹ ਪੰਜਾਬ ਦੇ ਹਿੱਤ ਔਰ ਦਿੱਲੀ ਦੇ ਹਿੱਤਾਂ ਨੂੰ ਇਕੱਠੇ ਕਰਕੇ ਇਹ ਸਰਕਾਰ ਨੂੰ ਚਲਾ ਰਹੇ ਨੇ। ਇਹਨਾਂ ਦੀ ਮਾਨਸਿਕਤਾ ਦੇ ਵਿੱਚ ਸ਼ੱਕ ਦਾਇਰੇ 'ਚ ਆ ਰਿਹਾ। ਇਸ ਕਰਕੇ ਸਰਕਾਰ ਨੂੰ ਜਲਦੀ ਤੋਂ ਜਲਦੀ ਭੰਗ ਕੀਤਾ ਜਾਵੇ, ਨਹੀਂ ਤਾਂ ਪੰਜਾਬ ਦੇ ਹਾਲਾਤ ਦਿਨੋਂ ਦਿਨ ਹੋਰ ਇਹਨਾਂ ਦੇ ਰਾਜ 'ਚ ਬਦਤਰ ਹੋਣ ਜਾ ਰਹੇ ਨੇ। ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਪਿਛਲੇ ਦਿਨਾਂ ਦੀ ਗੱਲ ਕਰੀਏ ਤੇ ਟੋਲ ਪਲਾਜ਼ੇ ਤੇ PRTC ਬੱਸ ਦੇ ਇੱਕ ਲੁੱਟ ਨੂੰ ਲੈ ਕੇ ਬੜੀਆਂ ਅਫਵਾਹਾਂ ਉੜੀਆਂ ਸਨ। ਅਸਲ ਵਿੱਚ ਲੁੱਟ ਦੇ ਨਾਲ ਰਿਲੇਟਡ ਕੋਈ ਵੀ ਉਹਨਾਂ ਨੂੰ ਮਤਲਬ CCTV ਦੀ ਫੁਟੇਜ ਹੱਥ ਨਹੀਂ ਲੱਗੀ, ਔਰ ਇਹ ਸਾਰੀਆਂ ਅਫਵਾਹਾਂ ਨੇ। ਔਰ ਇਸ ਸੰਬੰਧ ਵਿੱਚ ਕਿਸ ਨਾਲ ਕੀ ਗੱਲਬਾਤ ਹੋਈ ਹੈ, ਆਓ ਮਾਰਦੇ ਹਾਂ ਇਸ ਪੂਰੀ ਖਬਰ ਤੇ ਨਜ਼ਰ। ਅੱਜ ਸਵੇਰੇ ਇੱਕ PRTC ਦੀ ਬੱਸ ਜਦੋਂ ਟੋਲ ਪਲਾਜ਼ਾ ਲਾਡੋਵਾਲ ਤੋਂ ਅੱਗੇ ਥੋੜ੍ਹੀ ਲੰਘੀ ਹੈ, ਉਹਦੇ ਵਿੱਚ ਮੋਟਰਸਾਈਕਲ 'ਤੇ ਸਵਾਰ ਸੀ 2 ਨੌਜਵਾਨ, ਕਰੀਬ 25 ਸਾਲ ਉਮਰ ਸੀ ਉਹਨਾਂ ਦੀ, ਅਤੇ ਇੱਕ ਨੌਜਵਾਨ ਜਿਹੜਾ ਸੀ ਐਕਟਿਵਾ 'ਤੇ ਸੀ, ਜਿਹੜੀ ਕਰੀਬ 22 ਸਾਲ ਉਮਰ ਲੱਗਦੀ, 20-22 ਸਾਲ। ਇਹ ਸਾਰੇ ਆ ਗਏ, ਔਰ ਜੋ ਇਨਸੀਡੈਂਟ ਉੱਥੇ ਹੋਇਆ ਹੈ ਉਹਦੇ ਮੁਤਾਬਿਕ ਜਿਹੜਾ ਪੁਲਿਸ ਵੱਲੋਂ ਬਾਰ-ਬਾਰ ਵੈਰੀਫਾਈ ਕੀਤਾ ਹੈ, ਔਰ ਅਸੀਂ CCTV ਫੁਟੇਜ ਦੇ ਨਾਲ ਵੀ ਉਸ ਨੂੰ ਕੋਰਿਲੇਟ ਕਰਕੇ ਔਰ ਸਾਰਾ ਕੁਝ ਚੈੱਕ ਕੀਤਾ ਹੈ। ਉਸ ਮੁਤਾਬਿਕ ਇਹ ਗੱਲ ਸਾਹਮਣੇ ਆਈ ਹੈ ਕਿ ਵੀ ਉਹ ਲੜਕੇ ਜਦੋਂ ਆਏ ਉਹਨਾਂ ਵੱਲੋਂ ਕੁਝ ਗਾਲੀ ਗਲੌਚ ਕੀਤੀ ਗਈ, ਬੱਸ ਨੂੰ ਰੋਕਿਆ ਗਿਆ, ਔਰ ਜਦੋਂ ਦੋਨੋਂ ਤਰਫ ਸੇ ਕੁਝ ਗਾਲੀ ਗਲੌਚ ਸ਼ੁਰੂ ਹੋਈ, ਉਹਦੇ ਬਾਅਦ ਇਹ ਲੜਕਿਆਂ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਡਰਾਈਵਰ ਕੰਡਕਟਰ ਹੈ, ਜਿਹੜਾ ਨਾਂ ਸਾਹਿਲ ਹੈ, ਜੋ PRTC ਦੀ ਬੱਸ ਵਿੱਚ ਸਵਾਰ ਸੀ, ਉਹਨੂੰ ਨੀਚੇ ਉਤਾਰ ਕੇ ਗੱਲਬਾਤ ਕੀਤੀ ਜਾਵੇ। ਉਸ ਦੌਰਾਨ 1-1.5 ਮਿੰਟ ਦੀ ਕਰੀਬ ਜਿਹੜੀ ਹੈ ਇਹਨਾਂ ਦੀ ਗਾਲੀ ਗਲੌਚ 'ਤੇ ਕੁਝ ਹੱਥੋਂ ਪਾਈ ਜਾਂ ਖਿੱਚਤੂ ਹੋਈ ਹੈ। ਇਸ ਤੋਂ ਇਲਾਵਾ ਜਿਹੜਾ ਕੋਈ ਇਨਸੀਡੈਂਟ ਕਿਹਾ ਜਾ ਰਿਹਾ ਹੈ ਕਿ ਇਹਨਾਂ ਕੋਲ ਕੋਈ ਹਥਿਆਰ ਸੀ, ਜਿਹੜੇ ਲੜਕੇ ਆਏ ਸੀ, ਜਾਂ ਜਿਹੜਾ ਹੈ ਇਹਨਾਂ ਵੱਲੋਂ ਕੋਈ ਖੋਹ ਕੀਤੀ ਗਈ ਪੈਸੇ ਦੀ, ਜਾਂ ਜਿਹੜੀ ਗੱਡੀ ਕੋਈ ਅਗਵਾ ਕੀਤੀ ਗਈ, ਇਹੋ ਜਿਹੀ ਕੋਈ ਗੱਲ ਉੱਥੇ ਵੈਰੀਫਾਈ ਨਹੀਂ ਹੋਈ ਹੈ। ਮੈਂ ਫਿਰ ਸੇ ਕਹਿਣਾ ਚਾਹੁੰਦਾ ਕਿ ਵੀ ਇਹੋ ਜਿਹੀ ਕੋਈ ਇਨਸੀਡੈਂਟ ਨਹੀਂ ਹੋਈ। ਇਹਨਾਂ ਦੀ ਆਪਸ ਵਿੱਚ 1-1.5-2 ਮਿੰਟ ਦੇ ਕਰੀਬ ਜਿਹੜੀ ਹੈ ਗਾਲੀ ਗਲੌਚ ਔਰ ਕੁਝ ਥੋੜ੍ਹੀ ਬਹੁਤ ਹੱਥੋਂ ਪਾਈ ਹੋਣੀ ਪਾਈ ਗਈ ਹੈ। ਉਹਦੇ ਬਾਅਦ ਬੱਸ ਜਿਹੜੀ ਅੱਗੇ ਲਿਜਾ ਕਰਕੇ ਬੱਸ ਡਰਾਈਵਰ ਅਤੇ ਕੰਡਕਟਰ ਵੱਲੋਂ ਲਗਾ ਦਿੱਤੀ ਗਈ, ਅਤੇ ਲੜਕੇ ਜਿਹੜੇ ਬਾਅਦ ਵਿੱਚ ਮੁੜ ਕਰਕੇ ਭੱਜ ਗਏ। ਇਹਦੇ ਵਿੱਚੋਂ ਅਸੀਂ ਅੱਗੇ ਜਿਹੜੀ ਤਫਤੀਸ਼ ਕੀਤੀ ਹੈ, ਉਸ ਵਿੱਚ ਇੱਕ ਲੜਕਾ ਜਿਹੜਾ ਹੈ ਅਸੀਂ ਪਹਿਚਾਣ ਲਿਆ, ਜਿਹੜਾ ਲੋਡੋਵਾਲ ਪਿੰਡ ਦਾ ਹੀ ਰਹਿਣ ਵਾਲਾ ਹੈ,
ਉਹਦੇ ਤੇ ਅੱਗੇ ਕਾਰਵਾਈ ਚੱਲ ਰਹੀ ਹੈ ਤੇ ਅਸੀਂ ਜਲਦੀ ਬਾਕੀ ਬੰਦਿਆਂ ਨੂੰ ਪਹਿਚਾਣ ਲੈਣਗੇ ਤੇ ਇਹ ਕੋਈ ਜਿਹੜਾ ਹੈ ਆਪਣੀ ਚੂਹੇ ਮਾਰ ਦਵਾ ਹੈ ਉਹਦਾ ਇੱਕ ਸੇਲਸਮੈਨ ਕੱਲਾ ਜਿਹੜਾ ਪਾਇਆ ਗਿਆ ਔਰ ਇਹਦੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਇਹੋ ਜਿਹੀ ਘਟਨਾ ਨਹੀਂ ਲੱਗਦੀ ਕਿ ਕੋਈ ਜਿਹੜੀ ਹੈ ਆਰਮਡ ਰੋਬਰੀ ਹੋਈ ਹੈ ਜਾਂ ਜ਼ਬਰਦਸਤੀ ਬੱਸ ਨੂੰ ਅਗਵਾ ਕੀਤਾ ਗਿਆ ਹੈ ਜਾਂ ਕਿਸੇ ਵੀ ਕਿਸਮ ਦੀ ਰੋਕਣ ਦੀ ਕੋਈ ਘਟਨਾ ਹੋਈ ਹੈ। तो एक मामूली जी घटना ਨੂੰ ਜਿਹੜਾ ਹੈ ਅਲੱਗ-ਅਲੱਗ ਤਰੀਕੇ ਦੀ ਰਿਊਮਰਸ ਫੈਲਾ ਕਰਕੇ ਵਧਾ ਚੜਾ ਕਰਕੇ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਕਿ ਵੀ ਜਿਹੜਾ ਬਹੁਤ ਵੱਡਾ ਕਾਂਡ ਹੋ ਗਿਆ ਹੈ ਤੇ ਗੱਡੀ ਅਗਵਾ ਹੋ ਗਈ ਹੈ। ਇਹ ਸਾਰੀ ਚੀਜ਼ ਜਿਹੜੀ ਹੈ ਮੈਂ ਬਤੌਰ ਕਮਿਸ਼ਨਰ ਪੁਲਿਸ ਡਿਨਾਈ ਕਰਦਾ ਤੇ ਇਸ ਚੀਜ਼ ਨੂੰ ਬਾਕੀ ਸਾਰਿਆਂ ਨੂੰ ਕਹਿੰਦਾ ਕਿ ਕਿਸੇ ਵੀ ਰੂਮਰ ਦੇ ਵਿੱਚ ਇਸ ਨੂੰ ਜਿਹੜਾ ਹੈ ਇਹ ਨਾ ਆਣ ਤੇ ਜਿਹੜੀ ਜੋ ਮੈਂ ਸਹੀ ਗੱਲ ਹੈ ਉਹ ਸਾਰੀ ਜਿਹੜੀ ਸਾਰਿਆਂ ਤੱਕ ਪਹੁੰਚਾ ਦਿੱਤੀ ਹੈ ਤੇ ਇਸ ਮੁਤਾबिक ਜਿਹੜਾ ਹੈ ਅਸੀਂ ਕਾਰਵਾਈ ਅੱਗੇ ਕਰ ਰਹੇ ਹਾਂ ਔਰ ਜਲਦੀ ਸਾਨੂੰ ਉਮੀਦ ਹੈ ਕਿ ਜਿਹੜੇ ਲੜਕੇ ਝਗੜੇ ਵਾਲੇ ਹੈ ਉਹਨਾਂ ਨੂੰ ਵੀ ਅਸੀਂ ਪਹਿਚਾਣ ਕੇ ਔਰ ਉਹਨਾਂ ਨੂੰ ਡਿਟੇਨ ਕਰਕੇ ਅੱਗੇ ਕਾਰਵਾਈ ਕਰ ਰਹੇ ਹਾਂ। ਸਰ ਇਹਦੇ ਵਿੱਚ ਕੋਈ ਪੈਸੇਂਜਰਸ ਨਾਲ ਵੀ ਲੁੱਟ ਹੋਈ ਹੈ? ਨਹੀਂ, ਕਿਸੇ ਕਿਸਮ ਦੀ ਕੋਈ ਲੁੱਟ ਹੋਈ ਨਹੀਂ ਹੈ ਜੀ। ਇਹ ਆਪਸ ਵਿੱਚ ਜਿੱਦਾਂ ਹੁੰਦਾ ਹੈ ਕੋਈ ਛੋਟਾ ਮੋਟਾ ਝਗੜਾ ਜਿਹੜਾ ਹੈ ਕੋਈ ਰੋਡ ਰੇਜ ਵੀ ਹੋ ਸਕਦੀ ਹੈ, ਕੋਈ ਗੱਡੀ ਦੇ ਪਿੱਛੇ ਜਿਹੜਾ ਹੈ ਆਪਸ ਵਿੱਚ ਉਹਨਾਂ ਨੂੰ ਕੋਈ ਗਲਤ ਫਹਿਮੀ ਹੋਈ ਹੋ ਸਕਦੀ ਹੈ। ਇਸ ਤਰੀਕੇ ਦੀ ਘਟਨਾ ਹੈ ਜਿਹੜੇ ਕਰਕੇ ਉੱਥੇ ਪਹਿਲੇ ਜਿੱਦਾਂ ਮੈਂ ਕਿਹਾ ਕਿ ਗਾਲਾਂ ਕੱਢੀ ਗਈ, ਗਾਲਾਂ ਕੱਢਣ ਦੇ ਬਾਅਦ ਇਹਨਾਂ ਨੇ ਅੰਦਰ ਜਾ ਕਰਕੇ ਉਹ ਕੰਡਕਟਰ ਨੂੰ ਨੀਚੇ ਘੜੀਸਣੇ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੇ ਬਾਅਦ ਜਿਹੜਾ ਹੈ ਉਹ ਜਦੋਂ ਉਹ ਬੱਸ ਚਲਾ ਕਰਕੇ ਲੈ ਗਿਆ ਥੋੜੀ ਦੂਰ ਅੱਗੇ ਟਰੱਕ ਡਰਾਈਵਰ, ਇਸ ਤੋਂ ਇਲਾਵਾ ਕੋਈ ਘਟਨਾ ਇਹੋ ਜਿਹੀ ਨਹੀਂ ਹੋਈ ਹੈ। ਨਾ ਹੀ ਅਸੀਂ ਪੈਸੇਂਜਰਸ ਤੋਂ ਵੀ ਵੈਰੀਫਾਈ ਕੀਤਾ ਹੈ ਕਿ ਨਾ ਹੀ ਕੋਈ ਉੱਥੇ ਹਥਿਆਰ ਦਿਖਾਇਆ ਗਿਆ ਹੈ, ਨਾ ਹੀ ਜਿਹੜਾ ਹੈ ਕੋਈ ਪੈਸੇ ਦੀ ਲੁੱਟ ਹੋਈ ਹੈ। ਖਬਰ ਲੈਂਦੇ ਹਾਂ ਸ਼੍ਰੀ ਮੁਕਤਸਰ ਸਾਹਿਬ ਤੋਂ। ਖਾਲੀ ਪਲਾਟ ਨੂੰ ਅੱਗ ਲਗਾਉਣ ਤੋਂ ਬਾਅਦ ਕਿਤੇ ਨਾ ਕਿਤੇ ਦਰਖਤ ਤੇ ਗਰੀਬ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਔਰ ਜਿਸ ਕਦਰ ਹਵਾ ਚੱਲ ਰਹੀ ਸੀ ਉਸ ਹਵਾ ਦੇ ਵਿੱਚ ਅੱਗ ਜਿਹੜੀ ਫੈਲ ਗਈ ਹੈ ਔਰ ਖੜੇ ਦਰਖਤ ਤੇ ਗਰੀਬ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਵੇਖੋ ਪੂਰੀ ਖਬਰ। ਤੇ ਪਹੁੰਚੋ ਕੀ ਘਟਨਾ ਜੀ? ਇੱਥੇ ਸਾਨੂੰ ਨਾ ਫੋਨ ਆਇਆ ਸੀਗਾ ਵੀ ਇੱਥੇ ਅੱਗ ਲੱਗੀ ਹੈ ਹਬੋਰ ਰੋਡ ਤੇ ਇਹ ਅਸੀਂ ਤੁਰੰਤ ਮੌਕੇ ਤੇ ਅਸੀਂ ਇੱਥੇ ਪਹੁੰਚੇ ਹਾਂ ਜੀ ਤੇ ਅੱਗ ਤੇ ਹੁਣ ਕਾਬੂ ਪਾ ਲਿਆ ਜੀ ਤੇ ਕੁਝ ਬਾਰਦਾਨੇ ਦਾ ਕੁਝ ਨੁਕਸਾਨ ਹੋਇਆ ਜੀ, ਬਾਕੀ ਜ਼ਿਆਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਘਰ ਦੇ ਨੇੜੇ ਤੇੜੇ ਅੱਗ ਸੀ ਉਹ ਸਾਰੇ ਬੁਝਾ ਦਿੱਤੀ ਸੀ ਅਸੀਂ ਕਲੋਨੀ ਦੇ ਵਿੱਚ। ਤੇ ਪਹੁੰਚੋ ਕੀ ਘਟਨਾ ਹੋਈ ਆ? ਵੀਰ ਜੀ ਸਾਨੂੰ 100 ਨੰਬਰ ਤੋਂ ਕਾਲ ਆਈ ਸੀ, ਹਾਂਜੀ, ਉਹਦੇ ਸੰਬੰਧ ਵਿੱਚ ਆਏ ਆ ਤੇ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚ ਗਈ ਸੀ। ਇੱਥੇ ਅੱਗ ਲੱਗੀ ਹੋਈ ਸੀ ਜੋ ਕੰਟਰੋਲ 'ਚ ਆ, ਜਾਨੀ ਮਾਲੀ ਨੁਕਸਾਨ ਪਹੁੰਚਾਇਆ। ਕਿੰਨਾ ਕੁ ਨੁਕਸਾਨ ਆਇਆ ਕੋਈ ਪਤਾ ਲੱਗਿਆ ਜੀ? ਬਾਰਦਾਨੇ ਦਾ ਹੋਇਆ ਜੀ। ਅੱਛਾ, ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।